ਜਿਹੜਾ ਸਿੱਖ ਕੌਮ ਦੇ ਉੱਤੇ ਜ਼ੁਲਮ ਹੋ ਰਿਹਾ, ਜਿਹੜੇ ਸਾਡੇ ਸਿੱਖ ਕੈਨੇਡਾ ਦੇ ਵਿੱਚ, ਬ੍ਰਿਟਨ ਦੇ ਵਿੱਚ, ਪਾਕਿਸਤਾਨ ਦੇ ਵਿੱਚ, ਹਰਿਆਣੇ ਦੇ ਵਿੱਚ, ਪੰਜਾਬ ਦੇ ਵਿੱਚ ਜਿਹੜੇ ਸਰਕਾਰ ਨੇ ਟਾਰਗੇਟਡ ਕਿਲਿੰਗਸ ਕਰਕੇ ਅਸੈਸੀਨੇਟ ਕੀਤੇ ਹੈ, ਉਹਦੇ ਲਈ ਸਾਡੀ ਪਾਰਟੀ 1 ਤਰੀਕ ਨੂੰ ਦਮਦਮਾ ਸਾਹਿਬ ਤੋਂ ਚੱਲ ਕੇ ਦਰਬਾਰ ਸਾਹਿਬ ਸ੍ਰੀ ਅੰਮ੍ਰਿਤਸਰ ਸਾਹਿਬ ਪਹੁੰਚੂਗੀ। 1 ਤਰੀਕ ਨੂੰ ਦਰਬਾਰ ਸਾਹਿਬ ਤੋਂ 2 ਤਰੀਕ ਨੂੰ ਅਸੀਂ ਚੱਲਾਂਗੇ ਤੇ ਅਨੰਦਪੁਰ ਸਾਹਿਬ ਜਾਵਾਂਗੇ। ਉੱਥੇ ਰਾਤ ਸਾਡੀ ਰਿਹਾਇਸ਼ ਹੋਊਗੀ ਤੇ 3 ਤਰੀਕ ਨੂੰ ਅਸੀਂ ਫਤਿਹਗੜ੍ਹ ਸਾਹਿਬ ਆ ਕੇ ਇਸ ਮਾਰਚ ਦੀ ਸਮਾਪਤ ਕਰਾਂਗੇ। ਹੁਣ ਜਿਹੜੀ ਪ੍ਰੈਸ ਹੈ ਇੰਡੀਆ ਦੀ, ਖਾਸ ਕਰਕੇ ਅੰਗਰੇਜ਼ੀ ਪ੍ਰੈਸ, ਜੋ ਕੁਛ ਇੰਡੀਆ ਨੇ ਕੈਨੇਡਾ ਦੇ ਵਿੱਚ ਨਿੱਜਰ ਸਾਹਿਬ ਨੂੰ ਕਤਲ ਕੀਤਾ ਹੈ, ਫਿਰ ਮਲਿਕ ਸਾਹਿਬ ਨੂੰ ਕਤਲ ਕੀਤਾ ਹੈਗਾ, ਫਿਰ ਕੈਨੇਡਾ ਦੇ ਵਿੱਚ ਸ਼ੁਭਦੂਲ ਸਿੰਘ ਨੂੰ ਕਤਲ ਕੀਤਾ ਹੈ, ਆਪਣੇ ਮੂਸੇਵਾਲ ਸਾਹਿਬ ਨੂੰ ਕਤਲ ਕੀਤਾ ਹੈਗਾ, ਪੰਜਾਬ ਦੇ ਵਿੱਚ ਦੀਪ ਸਿੰਘ ਸਿੱਧੂ ਨੂੰ ਕਤਲ ਕੀਤਾ ਹੈ, ਹਰਿਆਣੇ ਦੇ ਵਿੱਚ। ਇਹ ਜਿਹੜੀਆਂ ਕਿਲਿੰਗਸ ਹੋਈਆਂ ਗਵਰਨਮੈਂਟ ਆਫ ਇੰਡੀਆ ਦੀਆਂ, ਇਹਦੇ ਵਿਰੁੱਧ ਅਸੀਂ ਇਹ ਲੌਂਗ ਮਾਰਚ ਕਰਾਂਗੇ। ਹਾਂਜੀ, ਇਹਦਾ ਨਾਂ ਹੋਊਗਾ ਕੌਮੀ ਇਨਸਾਫ ਮੋਰਚੇ ਦੀ ਮਾਰਚ। ਮਾਰਚ ਜੀ। ਤੇ ਇਹ ਕਰਨੀ ਬਹੁਤ ਜ਼ਰੂਰੀ ਹੈ, ਕਿਉਂ ਕਰਕੇ ਗਵਰਨਮੈਂਟ ਆਫ ਇੰਡੀਆ, ਬੀਜੇਪੀ, ਆਰਐਸਐਸ, ਹਿੰਦੂਤਵ ਨੇ ਇਹ ਨਵੀਂ ਚਾਲ ਸ਼ੁਰੂ ਕੀਤੀ ਹੈ ਕਿ ਸਿੱਖਾਂ ਨੂੰ ਬਾਹਰ ਦੇ ਮੁਲਕਾਂ ਦੇ ਵਿੱਚ ਉਹਨਾਂ ਨੂੰ ਅਸੈਸੀਨੇਟ ਕੀਤਾ ਜਾ ਰਿਹਾ ਹੈ, ਜੋ ਅਸੀਂ ਕਿਸੇ ਕੀਮਤ ਉੱਤੇ ਬਰਦਾਸ਼ਤ ਨਹੀਂ ਕਰ ਸਕਦੇ ਹੈਗੇ। ਔਰ ਸਾਡੇ ਪਿੱਛੇ ਪਹਿਲਾਂ ਜੇ ਅਸੀਂ ਇਕੱਲੇ ਸੀਗੇ, ਅੱਜ ਸਾਡੇ ਪਿੱਛੇ ਕੈਨੇਡਾ ਖੜ ਗਿਆ, USA ਖੜਾ ਹੋ ਗਿਆ, ਬਰਤਾਨੀਆ ਖੜਾ ਹੋ ਗਿਆ, ਆਸਟ੍ਰੇਲੀਆ ਖੜਾ ਹੋ ਗਿਆ, ਨਿਊਜ਼ੀਲੈਂਡ ਖੜਾ ਹੋ ਗਿਆ, ਤੇ ਜਿੰਨੀਆਂ ਵੀ ਹਿਊਮਨ ਰਾਈਟਸ ਬਾਡੀਜ਼ ਨੇ ਉਹ ਵੀ ਸਾਡੇ ਨਾਲ ਅੱਜ ਖੜ ਗਈਆਂ ਹੈਗੀਆਂ। ਤੇ ਗੱਲ ਇੰਡੀਆ ਅਜੇ ਡਿਨਾਈ ਕਰ ਰਿਹਾ ਹੈ, ਪਰ ਕੱਲ ਜਾਂ ਪਰਸੋਂ ਟ੍ਰਿਬਿਊਨ ਨੇ ਇੱਕ ਆਪਣਾ ਐਡੀਟੋਰੀਅਲ ਦਿੱਤਾ ਸੀ ਕਿ ਅਮਰੀਕਾ ਨੇ ਵੀ ਚਿਲੀ ਮੁਲਕ ਦੇ ਵਿੱਚ ਸਰਕਾਰ ਪਲਟਾਈ ਸੀ ਤੇ ਉੱਥੇ ਡਿਕਟੇਟਰਸ਼ਿਪ ਲਿਆਂਦੀ ਸੀ। ਅਸੀਂ ਉਹਦਾ ਜਵਾਬ ਦਿੱਤਾ ਕਿ ਇਹ ਇੰਡੀਆ ਹਮੇਸ਼ਾ ਜ਼ਬਰ ਕਰਦਾ ਰਿਹਾ ਹੈ। ਜਿਵੇਂ ਹੈਦਰਾਬਾਦ ਦੇ ਵਿੱਚ ਫੌਜ ਦੇ ਨਾਲ ਐਕਸ਼ਨ ਕੀਤਾ 1947 ਦੇ ਵਿੱਚ, ਫਿਰ ਗੋਆ ਜਿਹੜਾ ਪੋਰਚੁਗਲ ਦਾ ਇੱਕ ਕਸਬਾ ਸੀਗਾ ਉਸ ਨੂੰ ਵੀ ਖੋਇਆ, ਫਿਰ ਸਿੱਕਮ ਦੇ ਉੱਤੇ ਵੀ ਜਬਰਨ ਖੋ ਕੇ ਇੰਡੀਆ ਦੇ ਨਾਲ ਮਿਲਾਇਆ, ਔਰ 1971 ਦੇ ਵਿੱਚ ਪਾਕਿਸਤਾਨ ਨੂੰ 2 ਹਿੱਸੇ ਕਰਤੇ ਤੇ ਇੱਕ ਬੰਗਲਾਦੇਸ਼ ਬਣਾ ਲਿਆ ਅਲੱਗਾ ਮੁਲਕ। ਸੋ ਮੇਰਾ ਮਤਲਬ ਕਹਿਣ ਦਾ ਹੈ ਕਿ ਇਸ ਤਰ੍ਹਾਂ ਟ੍ਰਿਬਿਊਨ ਤੇ ਹੋਰ ਜਿਹੜੇ ਲਿਖਾਰੀ ਹੈਗੇ ਆ ਮਤਸਵੀ, ਐ ਨਹੀਂ ਕਹਿ ਸਕਦੇ ਕਿ ਸਿਰਫ ਅਮਰੀਕਾ ਨੇ ਕੀਤਾ, ਪਰ ਜਿੰਨੇ ਵੀ ਇੱਥੋਂ ਦੇ ਪੇਪਰ ਹੈਗੇ ਆ ਉਹਨਾਂ ਨੂੰ ਸਾਡੇ ਨਾਲ ਹਮਦਰਦੀ ਕਰਨੀ ਚਾਹੀਦੀ ਹੈ
ना कि जिहड़ी सरकार बाहर दे मुल्कां दे विच सिखां दा कतल कर रही है। ਇਹਦੇ ਤੇ ਸਾਡਾ ਬਹੁਤ ਨੁਕਸਾਨ ਹੋਇਆ। ਮੈਨੂੰ ਪਤਾ ਹੈ, ਸਾਨੂੰ ਪਤਾ ਹੈ ਕਿ ਲਾਸ ਐਂਜਲਿਸ ਵਿੱਚ ਵੀ ਸਿੱਖਾਂ ਨੇ ਮੁਜ਼ਾਹਰਾ ਕੀਤਾ ਇੰਡੀਅਨ ਐਮਬੈਸੀ ਦੇ ਖਿਲਾਫ। ਇੱਥੇ ਵਲੈਤ ਲੰਡਨ ਦੇ ਵਿੱਚ ਵੀ ਜਿਹੜਾ ਇੰਡੀਆ ਦਾ ਹਾਈ ਕਮਿਸ਼ਨ ਹੈ ਉਹਦੇ ਖਿਲਾਫ ਵੀ ਕੀਤਾ ਹੈ। ਤੇ ਉਸ ਤੋਂ ਬਾਅਦ NIA ਜਿਵੇਂ ਜਰਮਨ ਦੀ ਗਸਟਾਪੋ ਪੁਲਿਸ ਹੁੰਦੀ ਸੀ, उसने पंजाब दे विच घरां दे विच छापे मारे है कि तुसी दसो कि तुहाडी रिश्तेदारी की है वो लोकां दे नाल जिन्हां ने लंडन दे विच इस तरह दा पीसफुल प्रोटेस्ट कीता हैगा। हुण भी साडे UK दे प्रधान सरबजीत सिंह आए है, उन्हां नूं 4 घंटे NIA ने एयरपोर्ट के उत्ते दिल्ली रोकिया रहा और फिर उन्होंने परसों NIA हैडकुआर्टर्स दे विच बुलाया गया, परसों ही सीगा। और उत्थे उन्होंने पुछगिछ की कि यह बंदा जिहड़ी फिल्म असीं तैनूं दिखा रहे हैं ये कौन है। सरदार सरबजीत सिंह ने कहा मेरी पछाण दे विच है नहीं है, क्यों करके मैं उस रैली दे विच नहीं सी गया। मैं वसनीक है बर्मिंघम दा, ते बर्मिंघम लंडन तो बहुत दूर है। फिर मैं एक NI दे डायरैक्टर जनरल नूं चिट्ठी लिखी सीगी कि इन्हां दा कोई हथ नहीं है जो मुजाहरा लंडन दे विच होया। बजाए कि मेरी चिट्ठी डायरैक्टर जनरल साहब नूं दिंदे, NIA दे जिहड़े इंटरोगेट कर रहे सीगे उन्होंने खोल के ते पढ़ी ते फिर लिफाफे दे विच पा के कहंदे कि सरबजीत सिंह तू ही ये डायरैक्टर जनरल साहब नूं दे। ते एक पंजाब दा पुलिस ऑफिसर इंटरोगेट कर रहा सी, वो सरदार सरबजीत सिंह नूं कहंदा कि ये जिहड़ी चिट्ठी तेरे हित दे विच सिमरनजीत सिंह मान ने दित्ती है, सिमरनजीत सिंह मान ने किन्ने पैसे लए है। मेरा कहने का भाव है इस तरह सिखां दी जिंदगी हराम दी बना दिती है कि हरेक मुद्दे दे उत्ते साडे उत्ते शक किया जा रहा है। और जिहड़े बाहर हुण साडे सिख कह के कि ये टेररिस्ट है, हुण टेररिस्ट तां हुंदा है जे अदालत कहे कि वो टेररिस्ट है। हुण फिर NIA ने बड़ी लंबी लिस्ट सिखां दी दिती है कि ये टेररिस्ट हैगे है ते ये गैंगस्टर हैगे है। मेरा कहने का भाव है कि सिखां दे खिलाफ एक इहो जिहा माहौल पैदा करता है BJP RS हिंदुत्व सरकार ने कि ये अगले इलैक्शन जिहड़े आ रहे हैं 2024 दे विच पार्लीमेंट दे, ਉਹਦੇ ਲਈ ਇਹ इस्तेमाल हो रहा है। जिवें 2019 ਦੇ ਵਿੱਚ ਪਾਰਲੀਮੈਂਟ ਦੇ ਇਲੈਕਸ਼ਨ ਹੋਏ ਸੀਗੇ ਤੇ ਉਸ ਤੋਂ ਪਹਿਲਾਂ ਸੈਂਟਰ ਮੋਦੀ ਸਰਕਾਰ ਨੇ ਬਾਲਾਕੋਟ ਦੇ ਵਿੱਚ 에ਅਰ ਫੋਰਸ ਦਾ ਹਮਲਾ ਪਾਕਿਸਤਾਨ ਦੇ ਵਿੱਚ ਕਰਾਤਾ ਸੀਗਾ। ਪਿਛਲੀ ਵਾਰੀ ਮੁਸਲਮਾਨਾਂ ਤੇ ਪਾਕਿਸਤਾਨ ਦੀ ਵਾਰੀ ਸੀ ਜਿੱਤਣ ਦੀ ਇਲੈਕਸ਼ਨ, ਐਤਕੀ ਵਾਰੀ ਸਾਡੀ ਸਿੱਖਾਂ ਦੀ ਹੈ ਕਿ ਇਹਨਾਂ ਦੇ ਸਿਰ ਦੇ ਉੱਤੇ ਅਸੀਂ ਇਲੈਕਸ਼ਨ ਅਗਲੇ जितने हैं। मैं समझदा कि ये बहुत भारी जुल्म साडा हो रहा है ते जिहड़ा NIA ते होर जिहड़ियां एजेंसीज जिन्हां ने मारकुट कीती है, कतल कीते है, असैसिनेशनस कीते है, असी एक केसां नूं इंटरनेशनल क्रिमिनल कोर्ट दे विच इन हेग लैके जावांगे जिथे कि इन्हां नूं उत्थे बुलाया जावे। क्यों करके हुण सारे जिन्नियां भी जमहूरीयत पसंद वेस्ट लैंदे वल दे मुल्क हैं वो सिखां दे नाल खड़े हो गए है। बाइडन साहब अमेरिका दे प्रेजिडेंट हैं, उन्होंने भी मोदी साहब नूं कह के गया है कि कैनेडा दे विच तुहाडी सरकार ने कतल कीते है।
ਹੁਣ ਗੱਲ ਕੀ ਹੈ कि ਜਿਹੜਾ ਨੈਸ਼ਨਲ ਸਿਕਿਉਰਿਟੀ ਐਡਵਾਈਜ਼ਰ ਹੈ ਸਾਡੇ ਦੇਸ਼ ਦਾ ਮਿਸਟਰ ਅਜੀਤ ਡੋਇਲ ਤੇ ਜਿਹੜੀਆਂ ਰॉ ਦੀ ਏਜੰਸੀ ਹੈ IB ਦੀ ਏਜੰਸੀ ਹੈ ਮਿਲਟਰੀ ਇੰਟੈਲੀਜੈਂਸ ਹੈ ਇਹ ਪਾਰਲੀਮੈਂਟ ਦੇ ਅਧੀਨ ਨਹੀਂ ਹੈਗੀਆਂ ਔਰ ਨਾ ਕਿਸੇ ਕਮੇਟੀ ਦੇ ਅਧੀਨ ਹੈਗੀਆਂ ਇਹਨਾਂ ਦੇ ਕੋਲੇ ਕਰੋੜਾਂ ਅਰਬਾਂ ਰੁਪਇਆਂ ਦਾ ਸੀਕ੍ਰੇਟ ਸਰਵਿਸ ਫੰਡ ਹੈ ਜਿਹਦੀ ਕੋਈ ਆਡਿਟਿੰਗ ਨਹੀਂ ਹੁੰਦੀ ਹੈਗੀ ਜੇ ਆਡਿਟਿੰਗ ਨਹੀਂ ਹੁੰਦੀ ਇਹਦਾ ਮਤਲਬ ਹੈ ਕਿ ਅੰਨੇ ਧੁੰਦ ਜੋ ਮਰਜ਼ੀ ਹੈ ਇਹ ਕਰ ਸਕਦੇ ਹੈਗੇ ਆ ਤੇ ਇਹਨਾਂ ਨੂੰ ਪ੍ਰਾਈਮ ਮਿਨਿਸਟਰ ਦੀ ਵੀ ਨਹੀਂ ਇਜਾਜ਼ਤ ਲੈਣੀ ਪੈਂਦੀ ਤੇ ਹੋਮ ਮਿਨਿਸਟਰ ਦੀ ਵੀ ਇਜਾਜ਼ਤ ਨਹੀਂ ਲੈਣੀ ਪੈਂਦੀ ਇਹ ਕਿਸੇ ਦੇ ਅਧੀਨ ਨਹੀਂ ਹੈ ਇਹ ਸਿਰਫ ਆਪਣੀ ਇੱਕ ਸਲਤਨਤ ਬਣ ਗਈ ਹੈ ਜਦ ਕਿ ਪਾਰਲੀਮੈਂਟਰੀ ਡੈਮੋਕ੍ਰੇਸੀ ਦੇ ਵਿੱਚ ਹਰੇਕ ਮਹਿਕਮਾ ਹਰੇਕ ਇਨਸਾਨ ਪਾਰਲੀਮੈਂਟ ਦੇ ਅਧੀਨ ਹੁੰਦਾ ਹੈ ਤੋ ਜਿਹੜੀ ਆਲ ਲੀਡਰਸ ਪਾਰਟੀ ਦੀ ਮੀਟਿੰਗ ਪਿੱਛੇ 17 ਸਤੰਬਰ ਨੂੰ ਪਾਰਲੀਮੈਂਟ ਦੀ ਲਾਇਬ੍ਰੇਰੀ ਦੇ ਵਿੱਚ ਹੋਈ ਸੀ ਉੱਥੇ ਮੈਂ ਕਿਹਾ ਸੀਗਾ ਕਿ ਤੁਸੀਂ ਸਾਰੇ ਲੀਡਰਸ ਪਾਰਲੀਮੈਂਟ ਦੇ ਬੈਠੇ ਹੋ ਪਰ ਤੁਹਾਨੂੰ ਪਤਾ ਹੈ ਕਿ ਇਹ ਨੈਸ਼ਨਲ ਸਿਕਿਉਰਿਟੀ ਐਡਵਾਈਜ਼ਰ IB ਰॉ ਮਿਲਟਰੀ ਇੰਟੈਲੀਜੈਂਸ ਪਾਰਲੀਮੈਂਟ ਦੇ ਅਧੀਨ ਨਹੀਂ ਹੈ ਔਰ ਇਸ ਦੇ ਜਿਹੜੇ ਫੰਡ ਹੈਗੇ ਆ ਇਹਨਾਂ ਦਾ ਆਡਿਟ ਨਹੀਂ ਕੀਤਾ ਜਾਂਦਾ ਇਹ ਇੱਕ ਸਟੇਟ ਵਿਦਨ ਸਟੇਟ ਖੜੀ ਕਰਤੀ ਹੈ ਜਿਹੜੀ ਮਨਾਹੀਆਂ ਕਰਦੀ ਹੈਗੀ ਹੈ ਸੋ ਇਹ ਸਾਰੀਆਂ ਚੀਜ਼ਾਂ ਅਸੀਂ ਦੇਖਦੇ ਹੋਏ 1 ਤਰੀਕ ਨੂੰ ਅਸੀਂ ਦਮਦਮਾ ਸਾਹਿਬ ਤੋਂ ਬਹੁਤ ਵੱਡਾ ਮਾਰਚ ਰੋਸ ਮਾਰਚ ਕੱਢ ਰਹੇ ਹਾਂ ਅਸੀਂ ਸਮਝਦੇ ਹਾਂ ਕਿ 1984 ਤੋਂ ਬਾਅਦ ਸਾਡੀ ਨਸਲਕੁਸ਼ੀ ਹੋਈ ਹੈ ਔਰ ਸਾਡੇ ਦਰਬਾਰ ਸਾਹਿਬ ਦੇ ਉੱਤੇ ਵੀ ਫੌਜੀ ਹਮਲੇ ਕੀਤੇ ਗਏ ਹੈ ਔਰ ਸਾਡੀਆਂ ਇਮਾਰਤਾਂ ਗੁਰੂ ਅਕਾਲ ਤਖਤ ਸਾਹਿਬ ਉਸ ਨੂੰ ਵੀ ਸ਼ਹੀਦ ਕੀਤਾ ਗਿਆ ਸਾਡੀ ਸਿੱਖ ਰੈਫਰੈਂਸ ਲਾਇਬ੍ਰੇਰੀ ਲੁੱਟੀ ਗਈ ਹੈ ਸਾਡਾ ਦਰਬਾਰ ਸਾਹਿਬ ਦਾ ਤੋਸ਼ਾਖਾਨਾ ਲੁੱਟਿਆ ਗਿਆ ਇਸ ਕਰਕੇ ਅਸੀਂ ਹੁਣ ਬਿਲਕੁਲ ਤਿਆਰ ਹੈ ਕਿ ਅਸੀਂ ਇਹੋ ਜਿਹੀ ਚੀਜ਼ ਨੂੰ ਬਰਦਾਸ਼ਤ ਨਹੀਂ ਕਰਨਾ ਹੈਗਾ ਔਰ ਅਸੀਂ ਜੋ ਕੁਝ ਸਾਡੇ ਨਾਲ ਜ਼ੁਲਮ ਹੋ ਰਿਹਾ ਹੈ ਹਿੰਦੂਤਵਾ ਦਾ ਉਹਦਾ ਮੁਕਾਬਲਾ ਅਮਨ ਪਸੰਦ ਤਰੀਕੇ ਦੇ ਨਾਲ ਅਸੀਂ ਰੈਜ਼ਿਸਟੈਂਸ ਦਿਖਾਉਣੀ ਹੈ ਕਿ ਇਹੋ ਜਿਹੇ ਕੰਮ ਸਾਡੇ ਨਾਲ ਕਿਉਂ ਹੁੰਦੇ ਹੈ ਤੇ ਕਿਉਂ BJP RSS ਤੇ ਹਿੰਦੂਤਵਾ ਦੀਆਂ ਪਾਰਟੀਆਂ ਕਦੇ ਮੁਸਲਮਾਨਾਂ ਦਾ ਮਸਲਾ ਖੜਾ ਕਰਕੇ ਐਤਕੀ ਸਿੱਖਾਂ ਦਾ ਮਸਲਾ ਖੜਾ ਕਰਕੇ ਇਹ ਇਲੈਕਸ਼ਨ ਲੜਦੇ ਹੈ ਤੇ ਇਸ ਮਸਲਿਆਂ ਦੇ ਉੱਤੇ ਜਿੱਤ ਹਾਸਲ ਕਰਦੇ ਹੈ ਇਹ ਸਾਰੀਆਂ ਚੀਜ਼ਾਂ ਦੇ ਅਸੀਂ ਬਿਲਕੁਲ ਖਿਲਾਫ ਹੈ ਅਸੀਂ ਇਕੁਅਲ ਸਿਟੀਜ਼ਨ ਹੈ ਜਿਵੇਂ ਹਿੰਦੂ ਭਰਾ ਹੈਗੇ ਹੈ ਪਰ ਮਾਈਨੋਰਿਟੀਜ਼ ਤੇ ਸ਼ਡਿਊਲ ਕਾਸਟ ਤੇ ਜਿੰਨੇ ਵੀ ਕਬੀਲੇ ਹੈ ਉਹਨਾਂ ਨੂੰ ਬਰਾਬਰਤਾ ਹਿੰਦੂਤਵਾ ਦੇ ਵਿੱਚ ਹੁਣ ਨਹੀਂ ਮਿਲ ਰਹੀ ਸੋ ਇਹ ਜਿਹੜੇ ਦੋਸ਼ ਹੈ ਇਹ ਅਸੀਂ ਪੂਰੇ ਕਰਾਂਗੇ ਹੁਣ ਇੰਡੀਆ ਦੀ ਡਿਫੈਂਸ ਮਿਨਿਸਟਰੀ 23 ਸੈਨਿਕ ਸਕੂਲ ਬਣਾ ਰਹੀ ਹੈ ਮੈਂ ਮਿਸਟਰ ਰਾਜਨਾਥ ਸਿੰਘ ਜੋ ਡਿਫੈਂਸ ਮਿਨਿਸਟਰ ਹੈ ਉਹਨਾਂ ਨੂੰ ਲਿਖਿਆ ਕਿ ਸਨਾਮ ਸਾਡੇ ਬਹੁਤ ਵੱਡੇ ਸ਼ਹੀਦ ਊਧਮ ਸਿੰਘ ਜੀ ਦਾ ਸ਼ਹਿਰ ਹੈ ਇੱਥੇ ਸਾਨੂੰ ਇੱਕ ਸੈਨਿਕ ਸਕੂਲ ਦਿੱਤਾ ਜਾਵੇ ਅਸੀਂ ਆਸ ਕਰਦੇ ਹਾਂ ਕਿ ਇਸ ਨੂੰ ਫਲ ਲੱਗਣਾ ਚਾਹੀਦਾ ਹੈ ਜੇ ਲੋਕ ਵੀ ਮੇਰੇ ਦੇ ਨਾਲ ਆਵਾਜ਼ ਉਠਾਉਣਗੇ ਕਿ ਸੈਨਿਕ ਸਕੂਲ ਸਨਾਮ ਦੇ ਵਿੱਚ ਲਾਜ਼ਮੀ ਹੋਣਾ ਚਾਹੀਦਾ ਫਿਰ ਸਾਡੀਆਂ ਨਰਸ ਬੀਬੀਆਂ PGI ਦੇ ਬਾਹਰ ਰੋਸ ਮੁਜ਼ਾਹਰਾ ਕਰ ਰਹੀਆਂ ਉਹਨਾਂ ਨੂੰ ਮੈਂ ਮਿਲ ਕੇ ਆਇਆ PGI ਦੇ ਡਾਕਟਰਾਂ ਨੂੰ ਵੀ ਮਿਲ ਕੇ ਆਇਆ ਜਿਹੜੇ ਡਾਕਟਰ ਬਲਬੀਰ ਸਿੰਘ ਸਾਡੇ ਹੈਲਥ ਵਜ਼ੀਰ ਹੈ ਪੰਜਾਬ ਉਹਨਾਂ ਨਾਲ ਵੀ ਗੱਲ ਕੀਤੀ ਹੈ ਕਿ ਜਿਹੜੀਆਂ ਨਰਸਿਸ ਨੂੰ ਕੱਢਿਆ ਗਿਆ ਇਹਨਾਂ ਦੀ ਮੁੜ ਸੇਵਾ ਰੀਹੈਬਿਲਿਟੇਸ਼ਨ ਕੀਤੀ ਜਾਵੇ ਤੇ ਵਜ਼ੀਰ ਸਾਹਿਬ ਨੇ ਕਿਹਾ ਕਿ ਉਹ ਕਿਸੇ ਵੇਲੇ ਵੀ ਸਾਨੂੰ ਮਿਲ ਸਕਦੀਆਂ ਹੈਗੀਆਂ ਸੋ ਇਹ ਜਿਹੜੇ ਇਹ ਕੰਮ ਹੈਗੇ ਆ ਇਹ ਸਾਰੇ ਅਸੀਂ ਕਰ ਰਹੇ ਹਾਂ ਤੇ ਕਰਾਂਗੇ ਤੇ ਬਿਲਕੁਲ ਖਾਮੋਸ਼ ਰਹਿਣ ਦਾ ਹੁਣ
टाइम नहीं हैगा, क्यों करके ये सारा जुल्म फैल गया। ते अजे तक बरतानिया ते पाकिस्तान ने नहीं सानू दसिया कि उत्थे बरतानिया दे विच खंडा साहब दी मौत किवें हुई है, ते पाकिस्तान ने नहीं दसिया कि परमजीत सिंह पंमे की मौत किवें हुई है, पंजवड़ दी। असी उहदा जवाब मंगते हैं। सो ये सारिया चीज़ां हैगियां जिहड़ियां अज तुहाडे नाल करनियां सी। 29 तरीक नूं इस महीने असी बहुत वड्डा एक मेले दे विच हिस्सा ले रहे हैं, जिथे इकट्ठ करांगे छपार दे विच। ते तुसी क्यों करके संगरूर दी प्रेस है, तुहानूं मैं बेनती करना है कि तुसी भी जरूर उत्थे हाज़री दिओ। सो सारिया मोटिया मोटिया चीज़ां तुहाडे अगे मैं रख दित्ती हैं। और जिहड़े हुण तुसी मैथों सवाल पुछने हैं, वो तुसी सानू दसो कि जिहड़ी नस्लकुशी साडी होई है ਉਹਦੇ ਨਾਲ सिखां दी हिजरत शुरू हो गई है बाहर दे मुल्कां नूं जाण नूं, ते सिख बड़ी तादाद दे विच हिजरत कर रहे है। जिवें नाटसी जर्मनी दे राज दे विच जूज यहूदी लोग नाटसी जर्मन दे जबर तो अपना आप नूं बचाउण दे लई हिजरत करनी शुरू हो गई सीगी। सो ये जिहड़ी हिजरत है इहदा नुकसान भी है ते फायदा भी है कि सिख जिहड़े जिहड़े मुल्कां दे विच मजूरी डेमोक्रेसी पसंद मुल्कां दे विच जाके वसे है, वो हुण साडी आवाज़ बन गए है। तो वो हुण अपनियां पार्लियामेंटां दे विच भी दसदे है कि सिखां दे हालात कैसे हैगे आ। सो ये सारियां चीज़ां बाकी हुण प्रेस दे हवाले मैं करदा जिहड़ा सवाल तुसीं पुछना। कनेडा की लिबरल पार्टी ने दोष लगाया ट्रूडो के ऊपर, कहा भी तुसीं ये सबूत पेश करो, लेकिन सबूत पेश करने च ट्रूडो अजे कोई पेश नहीं कर रहा। ਉਹਦੇ बारे की कहना चाहते? सारा सबूत हैगा जी, जे ये तुसीं मन्नोगे। पर जे तुसीं कहोगे कि अजे सबूत नहीं आया, जे बाइडन साहब गल करके गए है मोदी साहब दे नाल कि इंडिया ने उन्हां नूं शहीद किया, ते इदों ज़्यादा वड्डा सबूत कोई है नहीं। 5 जमहूरीयत पसंद मुल्क कैनेडा, USA, बरतानिया, न्यूजीलैंड ते ऑस्ट्रेलिया कह रहे हैं कि इंडिया ने उत्थे असैसिनेशनस कीतियां। हुण लिबरल पार्टी का मैनू नहीं पता, किसी का नहीं पता। मैनू ये पता है कि ट्रूडो साहब ने अपनी पार्लियामेंट दे विच खड़ के कहा कि इस तरह अपना निज्जर साहब का कतल होया। ये सानू मनना पऊगा। जदों 1985 दे विच कनिष्का कांड होया सीगा, जिहड़ा कैनेडा तो आसमान दे विच चढ़िया सीगा, उदों भी ਉਹਦੇ नष्ट होने की वजह इंडिया सीगी। और ਉਹਦਾ भी सबूत हैगा, ਜਿਹੜਾ कैनेडा ने जो मेजर कमीशन बनाया ਉਹਦੀ कार्ड ਕੱਢਣ ਨੂੰ ਉਹ ਉੱਥੇ ਉਹਦੇ पेश नहीं किया। तलविंदर सिंह परमार साडा जथेदार सीगा, जिन्हों कैनेडा की पुलिस नूं शक सीगा कि ਇਹਦਾ हथ हो सकता है कांड दे विच कनिष्का च। पर उस तो पहला पंजाब पुलिस ने तलविंदर सिंह परमार नूं पंजाब दे विच फड़ लिया सीगा। इंडिया नूं चाहिदा सीगा कि जे तलविंदर सिंह परमार दा हथ हैगा कनिष्का कांड दे विच ते एक कैनेडा दे हथ दिता जावे। पर KPS गिल ने उन्होंने झूठे मुकाबले दे विच पहला इत्थे मार दिता सीगा। सो मेरा मतलब है कि बहुत कुछ कहण नूं है कि सिखां दे उत्ते बहुत ज़्यादा अज जबर हो रहा। इसदा जवाब कोई दे नहीं सकता कि जी सानू आह सबूत नहीं मिलिया, वो सबूत नहीं मिलिया। जो सबूत तुसीं करन वाले हो, तुहानूं दस तां किहड़ियां एजेंसी
ਸਾਰਿਆਂ ਦੇ ਮੈਂ ਨਾਂ ਲੈਤੇ ਹੈ, ਫਿਰ ਇਦੋਂ ਜ਼ਿਆਦਾ ਸਬੂਤ ਹੁਣ ਕੀ ਚਾਹੀਦਾ ਹੈ? ਸਾਰੇ ਮੁਲਕ ਕਹਿ ਰਹੇ ਹੈ ਕਿ ਇੰਡੀਆ ਨੇ ਕਰਾਇਆ ਹੈ। ਮੇਰਾ ਮਤਲਬ ਉਹਨਾਂ ਦੀ ਇੰਟੈਲੀਜੈਂਸ ਏਜੰਸੀਜ਼ ਕਹਿ ਰਹੀ ਹੈ, ਤੇ ਹੁਣ ਇਦੋਂ ਜ਼ਿਆਦਾ ਕਾਹਦਾ ਸਬੂਤ ਚਾਹੀਦਾ ਜੀ? ਨਾ ਮੂਸੇਵਾਲ ਦਾ ਇਹ ਨਿਕਲਿਆ ਕੇਸ, ਨਾ ਸਿੱਧੂ ਦਾ ਕੇਸ ਨਿਕਲਿਆ ਹੈ। ਮੇਰਾ ਮਤਲਬ ਹੈ ਕਿ ਮੂਸੇਵਾਲ ਜਿਹੜਾ ਇੰਡੀਆ ਨੇ ਜਾਂ ਕਿਸੇ ਨੇ ਕੀਤਾ ਹੈ, ਉਹ ਤਾਂ ਦਿੱਲੀ ਪੁਲਿਸ ਤੇ ਆਈਬੀ ਨੇ ਮਾਨ ਸਾਹਿਬ ਚੀਫ ਮਿਨਿਸਟਰ ਨੂੰ 2 ਦਿਨ ਪਹਿਲਾਂ ਕਹਿਤਾ ਸੀ ਕਿ ਮੂਸੇਵਾਲ ਸਾਹਿਬ ਦਾ ਕਤਲ ਹੋਣ ਵਾਲਾ ਹੈ, ਪਰ ਸਾਡੇ ਚੀਫ ਮਿਨਿਸਟਰ ਸਾਹਿਬ ਨੇ ਉਲਟੀ ਸਟੇਟਮੈਂਟ ਦੇਤੀ ਕਿ ਮੈਂ ਮੂਸੇਵਾਲ ਦੀ ਸਾਰੀ ਸਿਕਿਉਰਿਟੀ ਪਿੱਛੇ ਖੋ ਰਿਹਾ, ਉਹਦੀ ਸਿਕਿਉਰਿਟੀ ਖੋ ਲਈ। ਉਸ ਤੋਂ ਬਾਅਦ ਮੂਸੇਵਾਲ ਸਾਹਿਬ ਦਾ ਕਤਲ ਕਰ ਦਿੱਤਾ। ਅਜੇ ਤੱਕ ਇੰਡੀਆ ਨੇ ਉਹ ਕਤਲ ਨੂੰ ਸੋਲਵ ਨਹੀਂ ਕੀਤਾ। ਉਹਦਾ ਤਾਂ ਸਬੂਤ ਇੰਡੀਆ ਕੋਲੇ ਹੈਗਾ ਕਿ ਨਹੀਂ? ਫਿਰ ਕਾਹਦਾ ਸਬੂਤ ਦਈਏ ਜੀ? ਅਸੀਂ ਗਰੀਬ ਆਦਮੀ, ਅਸੀਂ ਸਟੇਟਲੈਸ ਪੀਪਲ ਹੈ, ਸਾਡੇ ਕੋਲੇ ਕੋਈ ਲੈਬੋਰੇਟਰੀਜ਼ ਨਹੀਂ ਹੈ, ਸਾਡੇ ਕੋਲੇ ਕੋਈ ਇਹੋ ਜਿਹੇ ਜੰਤਰ ਨਹੀਂ ਹੈ ਕਿ ਜਿਹੜਾ ਅਸੀਂ ਤੁਹਾਨੂੰ ਸਬੂਤ ਦੇ ਸਕੀਏ। ਸਬੂਤ ਤੁਹਾਡੀ ਸਰਕਾਰ ਹੈ, ਤੁਹਾਡੀ G20 ਹੋਈ ਹੈ, ਬੱਲੇ ਬੱਲੇ ਹੋਈ ਹੈ, ਤਾਂ ਸਬੂਤ ਤਾਂ ਤੁਹਾਡੇ ਕੋਲੇ ਹੈ ਸਾਰਾ ਕੁਝ। ਜਿਹੜੇ ਕਰਨ ਵਾਲੇ ਹੈ ਉਹਨਾਂ ਨੇ ਜੋ ਕੁਝ ਕੀਤਾ ਹੈ, ਸਬੂਤ ਤਾਂ ਉਹਨਾਂ ਦੇ ਕੋਲੇ ਲੱਭੋ। ਗਰੀਬ ਆਦਮੀ, ਜਦੋਂ ਚੰਦਰ ਸ਼ੇਖਰ ਸਾਹਿਬ ਦੀ ਸਰਕਾਰ ਸੀਗੀ, ਮੈਂ ਉਸ ਵੇਲੇ ਮੈਂਬਰ ਆਫ ਪਾਰਲੀਮੈਂਟ ਸੀਗਾ, ਮੈਨੂੰ ਪਾਰਟੀ ਨੇ ਚੰਦਰ ਸ਼ੇਖਰ ਸਾਹਿਬ ਪ੍ਰਾਈਮ ਮਿਨਿਸਟਰ ਦੇ ਕੋਲੇ ਭੇਜਿਆ। ਪ੍ਰਾਈਮ ਮਿਨਿਸਟਰ ਨੂੰ ਮੈਂ ਕਿਹਾ ਕਿ ਸਿੱਖ ਖਾਲਿਸਤਾਨ ਮੰਗਦੇ ਹੈ। प्राइम मिनिस्टर चंद्रशेखर जी कहते वो बात ठीक है, आप जो खाड़कू लोग पाकिस्तान में हैं उनको वापस मंगाओ, हम आपको एक कॉरिडोर देंगे। पर चंद्रशेखर जी ने कहा कि अगर हम आपकी बात मानते हैं तो हमको आप क्या देंगे? मैं क्या प्राइम मिनिस्टर साहब, तुसी यूपी दे बिहार दे बॉर्डर तो आने हो, ਉੱਥੋਂ ਦੇ ਲੋਕ ਇੱਥੇ ਮਜ਼ਦੂਰੀ ਕਰਨ ਆਉਂਦੇ ਹੈ, ਸਾਡੇ ਰਿਕਸ਼ਾ ਚਲਾਉਂਦੇ ਹੈ, ਸਾਡੇ ਚੌਲ ਲਾਉਂਦੇ ਹੈ, ਸਾਡੀ ਕਣਕ ਬੀਜਦੇ ਹੈ। ਜੇ ਮੈਂ ਤੁਹਾਡੇ ਬੰਦੇ ਨੂੰ ਫੜ ਕੇ ਇੱਕ ਮਜ਼ਦੂਰ ਨੂੰ कहा कि भाई आप मेरे को क्या देंगे, वो गरीब आदमी क्या दे सकता है मेरे को? और हमारे पास हम स्टेटलेस लोग हैं, आपके अधीन चल रहे हैं, आपके गुलाम हैं, तो हम क्या देंगे आपको? तो चुप करके फिर सो मेरा मतलब साडे कोले देण नूं की है? साडे कोले कुछ है ही नहीं। साडे ते शक किया जाता है, साडा बॉर्डर नहीं खोलते पाकिस्तान दे नाल, जिहदे नाल लाले बाणीए वो भी ट्रेड दे विच प्रफुल्लत होण, सारा कुछ होण ते साडी ट्रेड वधे, साडे 46 लाख नौजवान नौकरियां ते लगन, ट्रक चलन, ट्रांसपोर्ट चले, ਜਿਹੜੀਆਂ ਮੱਧ ਏਸ਼ੀਆ ਦੀਆਂ ਸਰਕਾਰਾਂ ਹੈਗੀਆਂ, ਮੁਲਕ ਹੈਗੇ ਆ, ਉੱਥੇ ਤੱਕ ਸਾਡੀ ਟ੍ਰੇਡ ਜਾਏ। ਇਹ ਸਾਰੀਆਂ ਚੀਜ਼ਾਂ ਹੈਗੀਆਂ, ਪਰ ਸਾਡੀ ਗੱਲ ਕੋਈ ਸੁਣਨ ਨੂੰ ਤਿਆਰ ਹੀ ਨਹੀਂ ਹੈ।